ਪੋਮਾ ਟੈਲੀਵਿਜ਼ਨ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੇਰੇ ਵੱਲੋਂ ਗੁਰਮੀਤ ਸਿੰਘ ਭੋਮਾ, ਲੈਕਚਰਰ ਰਾਜਨੀਤੀ ਸ਼ਾਸਤਰ ਵੱਲੋਂ ਆਪ ਸਾਰਿਆਂ ਦਾ ਅੱਜ ਦੇ ਇਸ ਇਤਿਹਾਸਿਕ ਦਿਨ 'ਤੇ ਮੈਂ ਸਵਾਗਤ ਕਰਦਾ ਹਾਂ। ਸੋ ਅੱਜ 19 ਨਵੰਬਰ 2021 ਦਾ ਦਿਨ ਭਾਰਤੀ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਹੈ। ਸਭ ਤੋਂ ਪਹਿਲੀ ਗੱਲ, ਅੱਜ ਦੇ ਦਿਨ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦੇ ਪ੍ਰਕਾਸ਼ ਪੁਰਬ ਦੇ ਉੱਪਰ 552ਵੇਂ ਪ੍ਰਕਾਸ਼ ਪੁਰਬ ਦੇ ਉੱਪਰ ਆਪ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਗੁਰਪੁਰਬ ਦੀਆਂ ਵਧਾਈਆਂ ਹੋਣ। ਇਸ ਦੇ ਨਾਲ ਹੀ ਅੱਜ ਸ਼੍ਰੀ ਕਰਤਾਰਪੁਰ ਸਾਹਿਬ ਦਾ ਦੁਬਾਰਾ ਕੋਵਿਡ-19 ਤੋਂ ਬਾਅਦ ਲਾਂਘਾ ਖੁੱਲ੍ਹ ਗਿਆ ਹੈ ਅਤੇ ਅੱਜ ਦੇ ਦਿਨ ਹੀ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਸੋ ਇਹ ਸਾਰੇ ਹਿਸਟੋਰੀਕਲ ਈਵੈਂਟਸ ਸਿਸਟਮੈਟਿਕਲੀ ਅੱਜ ਦੇ ਦਿਨ ਵਾਪਰੀਆਂ ਹਨ। ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਜਗਤ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਜਨਮ ਦੇ ਬਾਰੇ ਵਿੱਚ ਅੱਜ ਤੋਂ ਜੇਕਰ 551 ਸਾਲ ਅਸੀਂ ਪਹਿਲਾਂ ਦੀ ਗੱਲ ਕਰੀਏ ਤਾਂ ਅੱਜ ਦੇ ਦਿਨ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਹੋਇਆ ਸੀ। ਸੋ ਭਾਈ ਗੁਰਦਾਸ ਜੀ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਵਿੱਚ ਆਪਣੀ ਵਾਰਾਂ ਵਿੱਚ ਫਰਮਾਉਂਦੇ ਹਨ, ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ, ਜਿਉ ਕਰ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਪਲੋਆ। ਸੋ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਮੇਂ ਸਾਰੀ ਦੁਨੀਆ ਦੇ ਵਿੱਚ ਜੋ ਵਹਿਮ ਭਰਮਾਂ 'ਚ ਪਾਈ ਹੋਈ ਸੀ, ਅੰਧਕਾਰ ਸੀ, ਤਾਂ ਉਹਨਾਂ ਦੇ ਜਨਮ ਦੇ ਸਮੇਂ ਤੋਂ ਹੀ ਇਹ ਕਲਯੁੱਗ ਦਾ ਜੋ ਪ੍ਰਕੋਪ ਸੀ ਉਹ ਦੂਰ ਹੁੰਦਾ ਦਿਖਿਆ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਵੀ ਗਏ ਉਹਨਾਂ ਨੂੰ ਪ੍ਰੈਕਟੀਕਲ ਵੇ ਨਾਲ ਰੀਅਲ ਲਾਈਫ ਜੀਣ ਦਾ ਸੰਦੇਸ਼ ਦਿੱਤਾ ਸੀ। ਸੋ ਅੱਜ ਦੇ ਦਿਨ ਜਿੱਥੇ ਸਮੂਹ ਸੰਸਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ, ਉੱਥੇ ਅੱਜ ਲੋੜ ਹੈ ਉਹਨਾਂ ਦੇ ਦਿੱਤੇ ਹੋਏ ਉਪਦੇਸ਼ਾਂ ਨੂੰ, ਉਹਨਾਂ ਦੇ ਦਿੱਤੇ ਹੋਏ ਸੰਦੇਸ਼ਾਂ ਨੂੰ, ਉਹਨਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਵੀ ਲਾਗੂ ਕਰੀਏ। ਵਿਸ਼ੇਸ਼ ਤੌਰ 'ਤੇ ਮੈਂ ਉਹਨਾਂ ਦੀ ਇੱਕ ਸਿੱਖਿਆ ਦਾ ਹੀ ਜ਼ਿਕਰ ਕਰਨਾ ਚਾਹਾਂਗਾ ਫਿਲਹਾਲ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਬੜਾ ਵੱਡਾ ਉਪਦੇਸ਼ ਹੈ, ਵਰਕ ਇਜ਼ ਵਰਸ਼ਿਪ। ਇਹ ਗੁਰੂ ਨਾਨਕ ਸਾਹਿਬ ਜੀ ਦਾ ਜੇਕਰ ਅਸੀਂ ਇੱਕੋ ਹੀ ਉਪਦੇਸ਼ ਨੂੰ, ਇੱਕੋ ਹੀ ਸਿੱਖਿਆ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰ ਦਈਏ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ। ਕਿਰਤ ਕਰੋ। ਸੋ ਜੇਕਰ ਅਸੀਂ ਕੰਪੈਰੀਜ਼ਨ ਕਰੀਏ, ਬਾਹਰਲੇ ਦੇਸ਼ਾਂ ਦੇ ਵਿੱਚ ਦੇਖਦੇ ਹਾਂ ਕਿ ਬਹੁਤ ਸਾਰੀ ਨੌਜਵਾਨ ਪੀੜ੍ਹੀ ਵੈਸਟਰਨ ਕੰਟਰੀ ਵੱਲ ਭੱਜ ਰਹੀ ਹੈ। ਉੱਥੇ ਵਰਕ ਇਜ਼ ਵਰਸ਼ਿਪ ਦਾ ਸਿਧਾਂਤ ਲਾਗੂ ਹੈ। ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਹੈ ਕਿਰਤ ਕਰੋ। ਅਤੇ ਜੇਕਰ ਅਸੀਂ ਉਸੇ ਚੀਜ਼ ਨੂੰ ਅਸੀਂ ਆਪਣੇ ਦੇਸ਼ ਵਿੱਚ ਲਾਗੂ ਕਰ ਲਈਏ ਤਾਂ ਸਾਨੂੰ ਪੱਛਮੀ ਦੇਸ਼ਾਂ ਵੱਲ ਭੱਜਣ ਦੀ ਲੋੜ ਨਹੀਂ ਪਵੇਗੀ। ਸੋ ਅੱਜ ਦੇ ਦਿਨ ਅਸੀਂ ਪਹਿਲੇ ਨੰਬਰ 'ਤੇ ਅਸੀਂ ਇਹ ਸੰਕਲਪ ਕਰੀਏ ਹਿਸਟੋਰੀਕਲ ਡੇ 'ਤੇ ਅੱਜ, ਕਿ ਅਸੀਂ ਕਿਰਤ ਕਰਾਂਗੇ, ਨਾਮ ਵੀ ਜਪਾਂਗੇ ਅਤੇ ਜੋ ਕੁਛ ਵੀ ਹੈ ਵੰਡ ਕੇ ਛਕਾਂਗੇ, ਤਾਂ ਮੇਰੇ ਖਿਆਲ ਦੇ ਵਿੱਚ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਘਰੇਲੂ ਸਮੱਸਿਆਵਾਂ ਹਨ, ਜ਼ਿੰਦਗੀ ਦੀਆਂ ਜਿਹੜੀਆਂ ਸਮੱਸਿਆਵਾਂ ਨਾਲ ਅਸੀਂ ਜੂਝ ਰਹੇ ਹਾਂ, ਸਾਰੀਆਂ ਦੂਰ ਹੋ ਜਾਣਗੀਆਂ।
ਸੋ ਅੱਜ ਦੇ ਦਿਨ ਹੀ ਇੱਕ ਬੜੀ ਲੰਬੇ ਸਮੇਂ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਉਹ ਹਿਸਟੋਰੀਕਲ ਪਲੇਸ ਸ੍ਰੀ ਕਰਤਾਰਪੁਰ ਸਾਹਿਬ, ਜਿੱਥੇ ਗੁਰੂ ਨਾਨਕ ਸਾਹਿਬ ਜੀ ਵੱਲੋਂ ਆਪਣੀ ਜ਼ਿੰਦਗੀ ਦੇ ਤਕਰੀਬਨ 18 ਸਾਲ ਖੇਤੀਬਾੜੀ ਕਰਕੇ ਬਤੀਤ ਕੀਤੇ ਗਏ, ਜਿੱਥੇ ਉਹਨਾਂ ਨੇ ਕਿਰਤ ਕਰਨ ਦਾ ਸੰਦੇਸ਼ ਦਿੱਤਾ ਸੀ। ਸੋ ਉਸ ਜਗ੍ਹਾ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦੀ ਮੰਗ ਬੜੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਸੀ। ਸਮੂਹ ਗੁਰੂ ਨਾਨਕ ਲੇਵਾ ਸੰਗਤਾਂ ਕਰਦੀਆਂ ਆ ਰਹੀਆਂ ਸੀ। ਸੋ ਉਹ ਇਤਿਹਾਸਕ ਦਿਨ ਆਇਆ ਸੀ 9 ਨਵੰਬਰ 2019 ਨੂੰ, ਜਦੋਂ ਕੇਂਦਰ ਸਰਕਾਰ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ। ਉੱਧਰੋਂ ਇਮਰਾਨ ਖਾਨ ਜੀ ਜਿਹੜੇ ਪ੍ਰਧਾਨ ਮੰਤਰੀ ਪਾਕਿਸਤਾਨ ਹਨ, ਇੱਧਰੋਂ ਸਾਡੇ ਯਤਨਾਂ ਦੇ ਸਦਕਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹੇ ਦਰਸ਼ਨ ਦੀਦਾਰ ਦੇ ਲਈ ਖੋਲ੍ਹ ਦਿੱਤਾ ਗਿਆ ਸੀ। ਸੋ ਅੱਜ ਦੇ ਦਿਨ ਹੀ ਬੜਾ ਇਤਿਹਾਸਕ ਦਿਨ ਹੈ ਫਿਰ, ਕਿ ਉਸੇ ਹੀ ਦਿਨ ਨੂੰ ਜਦੋਂ ਕੋਵਿਡ-19 ਦੇ ਕਰਕੇ ਇਹ ਲਾਂਘਾ ਬੰਦ ਕਰ ਦਿੱਤਾ ਗਿਆ ਸੀ, ਦੁਬਾਰਾ ਅੱਜ ਦੇ ਦਿਨ ਹੀ ਹੁਣ ਫਿਰ ਸ਼ੁਰੂ ਕਰ ਦਿੱਤਾ ਗਿਆ ਹੈ। ਸੋ ਅੱਜ ਫਿਰ 19 ਨਵੰਬਰ ਦਾ ਦਿਨ 2021 ਦਾ ਫਿਰ ਇਤਿਹਾਸਕ ਹੋ ਨਿਬੜਿਆ ਹੈ, ਕਿਉਂਕਿ ਫਿਰ ਇਹ ਦੋਵਾਂ ਨਾਲ ਲਾਂਘਾ ਖੁੱਲ੍ਹਣਾ ਪੀਪਲਸ ਟੂ ਪੀਪਲ ਕੰਟੈਕਟ ਦਾ ਇੱਕ ਬੜਾ ਵੱਡਾ ਉਪਰਾਲਾ ਹੈ। ਭਾਰਤ ਪਾਕਿਸਤਾਨ ਸੰਬੰਧਾਂ ਨੂੰ ਮੁੜ ਸੁਰਜੀਤ ਕਰਨ ਦਾ ਇੱਕ ਯਤਨ ਹੈ। ਉਹ ਵੀ ਦਿਨ ਹੈ ਜਦੋਂ 9 ਨਵੰਬਰ 1999 ਨੂੰ ਪੂਰਬੀ ਜਰਮਨੀ ਅਤੇ ਪੱਛਮੀ ਜਰਮਨੀ ਨੂੰ ਵੰਡਣ ਵਾਲੀ ਦੀਵਾਰ, ਬਰਲਿਨ ਦੀ ਦੀਵਾਰ ਹਟਾ ਦਿੱਤੀ ਗਈ ਸੀ ਅਤੇ ਮੁੜ ਲੋਕਾਂ ਦੇ ਯਤਨਾਂ ਸਦਕਾ ਪੂਰਬ ਅਤੇ ਪੱਛਮ ਜਰਮਨ ਇਕੱਠੇ ਹੋ ਗਏ ਸੀ। ਸੋ ਉਸੇ ਕਹਿੰਦੇ ਹਨ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ, ਅਤੇ 9 ਨਵੰਬਰ 2019 ਨੂੰ ਭਾਰਤ ਪਾਕਿਸਤਾਨ ਸੰਬੰਧਾਂ ਦੇ ਵਿੱਚ ਬੜਾ ਵੱਡਾ ਇਤਿਹਾਸਕ ਮੋੜ ਆਇਆ ਸੀ, ਕਿਉਂਕਿ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣਾ ਸੰਯੁਕਤ ਰਾਸ਼ਟਰ ਸੰਘ ਦੇ ਸਕੱਤਰ ਜਨਰਲ ਐਂਟੋਨੀਓ ਗੁਟਰਸ ਵੱਲੋਂ ਇਸ ਦੀ ਰੱਜ ਕੇ ਤਾਰੀਫ ਕੀਤੀ ਗਈ ਸੀ, ਅਤੇ ਇਹ ਇੱਕ ਉਹਨਾਂ ਵੱਲੋਂ ਇਹ ਭਾਵਨਾ ਪ੍ਰਗਟ ਕੀਤੀ ਗਈ ਸੀ ਕਿ ਇਹ ਦੋਨਾਂ ਦੇਸ਼ਾਂ ਦੇ ਵਿਚਕਾਰ ਜਿਹੜੀਆਂ ਦੂਰੀਆਂ ਹਨ ਉਹਨਾਂ ਨੂੰ ਦੂਰ ਕਰਨ ਦੇ ਲਈ ਇੱਕ ਪੁਲ ਦੀ ਤਰ੍ਹਾਂ ਕੰਮ ਕਰੇਗਾ। ਸੋ ਇਹ ਹੋਇਆ ਵੀ ਇਸ ਤਰ੍ਹਾਂ। ਅੱਜ ਵੀ ਤੁਸੀਂ ਦੇਖ ਰਹੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਹੈ। ਜਿੱਥੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਰੌਣਕਾਂ ਹਨ, ਉੱਥੇ ਦਿਲ ਦੇ ਵਿੱਚ ਇੱਕ ਬੜੀ ਵੱਡੀ ਖੁਸ਼ੀ ਇਹ ਵੀ ਮਹਿਸੂਸ ਹੋ ਰਹੀ ਹੈ ਕਿ ਲਾਂਘਾ ਦੁਬਾਰਾ ਖੁੱਲ੍ਹ ਗਿਆ ਹੈ। ਸੋ ਅੱਜ ਦਾ ਦਿਨ ਫਿਰ ਇਤਿਹਾਸਿਕ ਹੋ ਨਿਬੜਿਆ ਹੈ, 19 ਨਵੰਬਰ 2021 ਦਾ ਦਿਨ, ਕਿਉਂਕਿ ਕਹਿੰਦੇ ਹਨ ਗਿਲੇ ਸ਼ਿਕਵੇ ਤਾਂ ਸਦਾ ਹੀ ਹੁੰਦੇ ਰਹਿੰਦੇ ਨੇ, ਪਰ ਆਪਣਿਆਂ ਵਿੱਚ ਕਦੀ ਵੀ ਫਿੱਕ ਨਹੀਂ ਪੈਂਦੇ ਨੇ। ਸੋ ਲੱਖਾਂ ਗਿਲੇ ਸ਼ਿਕਵੇ ਹੁਣ ਭਾਰਤ ਪਾਕਿਸਤਾਨ ਇੱਕ ਹਨ, ਦੋਨੇ ਭਰਾ ਹਨ, ਦੋਨਾਂ ਦੀ ਜ਼ਰੂਰ ਹੀ ਆਉਣ ਵਾਲੇ ਸਮੇਂ 'ਤੇ ਅਸੀਂ ਆਸ ਕਰਦੇ ਹਾਂ ਕਿ ਗੱਲ ਵੱਕੜੀ ਰੰਗ ਲਿਆਵੇਗੀ। ਜਿਹੜੀ ਅੱਜ ਤੋਂ 72-73 ਸਾਲ ਪਹਿਲਾਂ ਰੈੱਡ ਕਲਿਫ ਲਾਈਨ, ਖੂਨ ਨਾਲ ਲੱਥ-ਪੱਥ ਲਾਈਨ ਜਿਹੜੀ ਆ ਉਹ ਜਿਹੜੀ ਖਿੱਚੀ ਗਈ ਸੀ, ਉਹ ਦਿਨ ਵੀ ਜ਼ਰੂਰ ਆਏਗਾ ਜਿੱਦਣ ਇਹ ਲਾਈਨ ਮਿਟ ਜਾਵੇਗੀ। ਸੋ ਲੋੜ ਹੈ ਆਪਸੀ ਇਤਫਾਕ ਦੀ, ਆਪਸੀ ਸਦਭਾਵਨਾ ਦੀ, ਆਪਸੀ ਪਿਆਰ ਸ਼ਾਂਤੀ ਨੂੰ ਬਣਾਈ ਰੱਖਣ ਦੀ ਲੋੜ ਹੈ। ਜੇਕਰ ਪੂਰਬ ਅਤੇ ਪੱਛਮ ਜਰਮਨ ਇਕੱਠੇ ਹੋ ਸਕਦੇ ਹਨ ਤਾਂ ਇਸ ਤਰ੍ਹਾਂ ਦੇ ਛੋਟੇ ਛੋਟੇ ਯਤਨ, ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦੇ ਛੋਟੇ ਛੋਟੇ ਯਤਨ ਜਿਹੜੇ ਆ ਜ਼ਰੂਰ ਹੀ ਇੱਕ ਦਿਨ ਰੰਗ ਲਿਆਉਣਗੇ। ਸੋ ਅੱਜ ਦੇ ਦਿਨ ਇੱਕ ਹੋਰ ਬੜਾ ਹੀ ਇਤਿਹਾਸਿਕ ਯਤਨ ਹੋਇਆ ਹੈ ਪਿਛਲੇ 1 ਸਾਲ ਤੋਂ। ਪਿਛਲੇ 1 ਸਾਲ ਤੋਂ ਕਿਸਾਨੀ ਸੰਘਰਸ਼ ਦਾ ਬਿਗਲ ਵੱਜਾ ਸੀ। ਉਹਦੇ ਪਿੱਛੇ ਬੜਾ ਵੱਡਾ ਕਾਰਨ ਕੀ ਹੈ? ਕਿਉਂਕਿ ਵੀ ਆਰ ਲਿਵਿੰਗ ਇਨ ਏ ਬਿਗ ਡੈਮੋਕ੍ਰੈਟਿਕ ਕੰਟਰੀ ਆਫ ਦੀ ਵਰਲਡ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਵਿੱਚ ਜਿੱਥੇ ਅਸੀਂ ਰਹਿ ਰਹੇ ਹਾਂ,
1952 ਵਿੱਚ ਪਹਿਲੀ ਵਾਰੀ ਲੋਕ ਸਭਾ ਚੋਣਾਂ ਹੋਈਆਂ ਸੀ ਅਤੇ ਹੁਣ 17 ਵਾਰ ਲੋਕ ਸਭਾ ਚੋਣਾਂ ਹੋ ਚੁੱਕੀਆਂ ਹਨ ਅਤੇ ਵਰਤਮਾਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਇੱਕ ਫੈਸਲਾ ਜਿਹੜਾ ਕਿ ਪਹਿਲਾਂ ਆਰਡੀਨੈਂਸ ਦੇ ਰਾਹੀਂ ਸੀ, ਫਿਰ ਇਹਨੂੰ ਸਤੰਬਰ 2020 ਦੇ ਵਿੱਚ ਲੋਕ ਸਭਾ ਅਤੇ ਰਾਜ ਸਭਾ ਅਤੇ ਫਿਰ ਰਾਸ਼ਟਰਪਤੀ ਦੁਆਰਾ ਇਹ ਤਿੰਨੇ ਖੇਤੀ ਕਾਨੂੰਨ ਪਾਸ ਕਰ ਦਿੱਤੇ ਗਏ, ਜਿਨ੍ਹਾਂ ਨੂੰ ਕਿਸਾਨਾਂ ਵੱਲੋਂ ਕਾਲੇ ਕਾਨੂੰਨ ਦਾ ਰੂਪ ਦਿੱਤਾ ਗਿਆ ਹੈ। ਸੋ ਉਹ ਤਿੰਨੇ ਕਾਨੂੰਨ ਕੀ ਹਨ, ਇਹਦੇ ਬਾਰੇ ਤੁਸੀਂ ਸਾਰੇ ਜਾਣਦੇ ਜੇ ਕਿ ਪੂਰੇ 1 ਸਾਲ ਤੋਂ ਸੰਘਰਸ਼ ਚੱਲ ਰਿਹਾ ਹੈ, ਜਿਹੜੇ ਕਿ ਖੇਤੀ ਕਾਨੂੰਨ ਖੇਤੀਬਾੜੀ ਦੇ ਵਿਰੋਧੀ ਕਾਨੂੰਨ ਹਨ, ਜਿਹੜੇ ਕਿ ਕਿਸਾਨੀ ਨੂੰ ਖਤਮ ਕਰਨ ਦੇ ਕਾਨੂੰਨ ਹਨ, ਗੁਰੂ ਨਾਨਕ ਸਾਹਿਬ ਜੀ ਦੇ ਕਿਰਤ ਕਰੋ ਦੇ ਸੰਦੇਸ਼ ਨੂੰ ਖਤਮ ਕਰਨ ਦੇ ਉਹ ਵਿਰੁੱਧ ਸੀ ਦੇਖਿਆ ਜਾਵੇ ਤੇ, ਕਿਉਂਕਿ ਅਸੀਂ ਕਿਰਤ ਤਾਂ ਹੀ ਕਰਾਂਗੇ ਕਿ ਜੇਕਰ ਸਾਡੇ ਕੋਲ ਖੇਤ ਰਹਿਣਗੇ, ਸਾਡੇ ਕੋਲ ਖੇਤੀਬਾੜੀ ਰਹੇਗੀ, ਕਿਉਂਕਿ ਭਾਰਤ ਦੇ ਖੇਤੀਬਾੜੀ ਪ੍ਰਧਾਨ ਸੂਬਾ ਹੈ ਅਤੇ ਅਸੀਂ ਮਿਹਨਤ ਉੱਥੇ ਕਰਾਂਗੇ ਜੇਕਰ ਸਾਡੀ ਜ਼ਮੀਨ ਰਹੇਗੀ। ਸੋ ਇਹ ਲੰਬਾ ਸੰਘਰਸ਼ ਚੱਲਿਆ ਆ ਰਿਹਾ ਹੈ, ਤੁਸੀਂ ਦੇਖ ਰਹੇ ਜੇ, ਅਤੇ ਇਸ ਸੰਘਰਸ਼ ਦੇ ਵਿੱਚ ਲੱਖਾਂ ਕਿਸਾਨਾਂ ਦੀਆਂ, ਅਨੇਕਾਂ ਕਿਸਾਨਾਂ ਦੀਆਂ ਜਾਨਾਂ ਵੀ ਗਈਆਂ, ਪਰ ਸਾਡੀ ਜੱਦੋ-ਜਹਿਦ ਜਿਹੜੀ ਸੀ ਉਹ ਜਾਰੀ ਰਹੀ। ਸੋ ਅੱਜ ਇਤਿਹਾਸਕ ਦਿਨ 'ਤੇ ਇਹਨਾਂ ਤਿੰਨੇ ਕਾਲੇ ਕਾਨੂੰਨਾਂ ਨੂੰ ਰਿਪੀਲ ਕਰਨ ਦਾ ਮੋਦੀ ਸਰਕਾਰ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ। ਇਹ ਕਿਸਾਨੀ ਸੰਘਰਸ਼ ਦੀ ਜਿੱਤ ਵੀ ਹੈ, ਕਿਉਂਕਿ ਹੁਣੇ ਮੈਂ ਗੱਲ ਕੀਤੀ ਹੈ, ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਸੋ ਅਸੀਂ ਇਹ ਸਮਝ ਰਹੇ ਹਾਂ ਕਿ ਅੱਜ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਹੋਈ ਹੈ, ਜ਼ਬਰ ਅਤੇ ਤਾਨਾਸ਼ਾਹੀ ਦੀ ਧੁੰਦ ਮਿਟੀ ਹੈ। ਅੱਜ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਦੀ ਕਿਰਪਾ ਦੇ ਨਾਲ ਇਹ ਤਿੰਨੇ ਕਾਨੂੰਨ ਅਸੀਂ ਸਮਝਦੇ ਹਾਂ ਕਿ ਆਉਣ ਵਾਲੇ ਵਿੰਟਰ ਸੈਸ਼ਨ ਦੇ ਵਿੱਚ, ਜਿਹੜਾ ਕਿ ਐਸੇ ਨਵੰਬਰ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ, ਇਹ ਰਿਪੀਲ ਹੋ ਜਾਣਗੇ। ਇਹ ਮੋਦੀ ਸਰਕਾਰ ਵੱਲੋਂ, ਇਹ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਸੀਂ ਇਸ ਗੱਲੋਂ ਧੰਨਵਾਦੀ ਵੀ ਹਾਂ ਕਿ ਦੇਰ ਆਏ ਦਰੁਸਤ ਆਏ। ਉਹਨਾਂ ਵੱਲੋਂ ਇਹਨਾਂ ਤਿੰਨੇ ਕਾਲੇ ਕਾਨੂੰਨਾਂ ਨੂੰ, ਜਿਹੜੇ ਕਿ ਡੈਮੋਕ੍ਰੇਸੀ ਦੇ ਵਿਰੋਧੀ ਸਨ, ਕਿਉਂਕਿ ਲੋਕਤੰਤਰ ਵਿੱਚ ਗੱਲ ਉਹ ਚੱਲਣੀ ਹੈ ਜੋ ਲੋਕ ਚਾਹੁੰਦੇ ਹਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਹੋਏ ਹਨ ਬਹੁਤ ਹੀ ਮਸ਼ਹੂਰ ਇਬਰਾਹਿਮ ਲਿੰਕਨ ਜੀ ਵੱਲੋਂ ਡੈਮੋਕ੍ਰੇਸੀ ਦੀ ਪਰਿਭਾਸ਼ਾ ਦਿੱਤੀ ਗਈ ਸੀ, ਗਵਰਨਮੈਂਟ ਆਫ ਪੀਪਲ, ਫਾਰ ਦੀ ਪੀਪਲ ਐਂਡ ਬਾਏ ਦੀ ਪੀਪਲ। ਸੋ ਜੇ ਇੱਥੇ ਉਹ ਗੱਲ ਚੱਲਣੀ ਹੈ ਜੋ ਲੋਕ ਚਾਹੁੰਦੇ ਹਨ। ਅੱਜ 92 ਕਰੋੜ ਪਾਪੂਲੇਸ਼ਨ ਦੇ ਵਿੱਚੋਂ, ਸਾਡੀ ਟੋਟਲ ਪਾਪੂਲੇਸ਼ਨ ਵਿੱਚੋਂ 92 ਕਰੋੜ ਵੋਟਰ ਹਨ। ਸੋ ਉਹ ਅੱਜ ਫਿਰ ਲੋਕਤੰਤਰ ਦੀ ਜਿੱਤ ਹੋਈ ਹੈ, ਅੱਜ ਫਿਰ ਡੈਮੋਕ੍ਰੇਸੀ ਦੀ ਜਿੱਤ ਹੋਈ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਤਿੰਨੇ ਕਾਨੂੰਨ, ਜਿਹੜੇ ਕਿ ਪੂਰੇ ਭਾਰਤ ਵਾਸੀਆਂ ਨੂੰ ਪਸੰਦ ਨਹੀਂ, ਜਿਹੜੇ ਕਿ ਉਹਨਾਂ ਦੀ ਕਿਰਤ ਕਮਾਈ ਨੂੰ ਖੋਹਦੇ ਸੀ, ਉਹਨਾਂ ਨੂੰ ਵਾਪਸ ਲੈਣ ਦਾ ਇਹ ਐਲਾਨ ਫਿਰ ਅੱਜ ਦਾ ਦਿਨ ਇਤਿਹਾਸਕ ਹੋ ਨਿਬੜਿਆ ਹੈ। ਹੁਣ ਮੈਂ ਇੱਥੇ ਸੰਵਿਧਾਨਕ ਤੌਰ 'ਤੇ ਇੱਕ ਗੱਲ ਕਰਨੀ ਚਾਹਾਂਗਾ ਕਿ ਇਹ ਐਲਾਨ ਕੀਤਾ ਗਿਆ ਹੈ ਕਿ ਤਿੰਨੇ ਕਾਨੂੰਨ ਰੱਦ ਕਰ ਦਿੱਤੇ ਜਾਣਗੇ, ਰਿਪੀਲ ਕਰ ਦਿੱਤੇ ਜਾਣਗੇ, ਕਿਉਂਕਿ ਪਾਰਲੀਮੈਂਟ, ਇੰਡੀਅਨ ਪਾਰਲੀਮੈਂਟ ਦੀ ਜੇਕਰ ਗੱਲ ਕਰ ਲਈਏ, ਭਾਰਤੀ ਸੰਵਿਧਾਨ ਦੇ ਆਰਟੀਕਲ 245 ਦੇ ਅਨੁਸਾਰ ਪਾਰਲੀਮੈਂਟ ਜਿੱਥੇ ਕਾਨੂੰਨ ਬਣਾਉਣ ਦੀ ਪਾਵਰ ਹੈ, ਉੱਥੇ ਕਾਨੂੰਨ ਨੂੰ ਰੱਦ ਕਰਨ ਅਤੇ ਕਾਨੂੰਨਾਂ ਨੂੰ ਸੋਧ ਕਰਨ ਦੀ ਵੀ ਪਾਰਲੀਮੈਂਟ ਕੋਲ ਅਥਾਰਟੀ ਹੈ। ਜਦੋਂ ਅਸੀਂ ਸ਼ਬਦ ਵਰਤਦੇ ਹਾਂ ਰਿਪੀਲ, ਇਟ ਮੀਨਜ਼ ਰਿਵੋਕ ਕਰਨਾ, ਅਬੋਲਿਸ਼ ਕਰਨਾ। ਸੋ ਬਹੁਤ ਸਾਰੇ ਪਾਰਲੀਮੈਂਟ ਕਾਨੂੰਨ ਅਬੋਲਿਸ਼ ਕਰਦੀ ਹੈ, ਜਿਹੜੇ ਕਿ ਆਮ ਤੌਰ 'ਤੇ ਪਰ ਦੇਖਿਆ ਜਾਵੇ ਅਤੇ ਅੱਜ ਤੱਕ ਜਿੰਨੇ ਵੀ ਕਾਨੂੰਨ ਪਾਰਲੀਮੈਂਟ ਦੇ ਵਿੱਚ ਰੱਦ ਕੀਤੇ ਜਾਂਦੇ ਹਨ, ਬਹੁਤ ਹੀ ਮਹੱਤਵਪੂਰਨ ਇੱਕ ਮੈਂ ਜਾਣਕਾਰੀ ਸਾਂਝੀ ਕਰ ਰਿਹਾ ਹਾਂ। ਪਾਰਲੀਮੈਂਟ ਵਿੱਚ ਬਹੁਤ ਸਾਰੇ ਕਾਨੂੰਨ ਰੱਦ ਕੀਤੇ ਜਾਂਦੇ ਹਨ। ਮੋਸਟਲੀ ਕਾਨੂੰਨ ਜਿਹੜੇ ਪੁਰਾਣੇ ਹਨ, ਜਿਨ੍ਹਾਂ ਦਾ ਕੋਈ ਹੁਣ ਪ੍ਰਯੋਗ ਨਹੀਂ ਰਿਹਾ ਹੈ, ਜਿਨ੍ਹਾਂ ਦਾ ਕੋਈ ਯੂਜ ਨਹੀਂ ਰਿਹਾ ਹੈ, ਜੋ ਇੰਪਲੀਮੈਂਟ ਹੋ ਚੁੱਕੇ ਹਨ। 2014 ਵਿੱਚ
ਮੋਦੀ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅਸੀਂ ਸਾਰੇ ਜਿਹੜੇ ਪੁਰਾਣੇ ਕਾਨੂੰਨ ਹਨ ਜਿਨ੍ਹਾਂ ਦੀ ਕੋਈ ਵੈਲਿਊ ਨਹੀਂ ਰਹੀ, ਸਮਾਂ ਆ ਕੇ ਇੰਪਲੀਮੈਂਟੇਸ਼ਨ ਤੋਂ ਬਾਅਦ ਕੁਝ ਕਾਨੂੰਨਾਂ ਦਾ ਪਰਪਸ ਹੀ ਖਤਮ ਹੋ ਜਾਂਦਾ ਹੈ, ਉਹਨਾਂ ਨੂੰ ਰੱਦ ਕਰਾਂਗੇ। ਸੋ ਕਾਫੀ ਕਾਨੂੰਨ ਜਿਹੜੇ ਆ ਉਹ 2019 ਦੇ ਵਿੱਚ ਨੀਅਰ ਅਬਾਊਟ 60 ਦੇ ਕਰੀਬ ਕਾਨੂੰਨ ਉਦੋਂ ਰੱਦ ਕਰ ਦਿੱਤੇ ਗਏ ਸੀ, ਜਿਹੜੇ ਕਿ ਕਾਫੀ ਪੁਰਾਣੇ ਸੀ, ਜਿਨ੍ਹਾਂ ਦੀ ਇੰਪਲੀਮੈਂਟੇਸ਼ਨ ਦਾ ਪਰਪਸ ਹੀ ਖਤਮ ਹੋ ਗਿਆ ਸੀ। ਸੋ ਇੱਥੇ ਇੱਕ ਜ਼ਿਕਰਯੋਗ ਗੱਲ ਹੈ ਕਿ ਜਿੰਨੇ ਵੀ ਕਾਨੂੰਨ ਪਾਰਲੀਮੈਂਟ ਦੇ ਵਿੱਚ ਅੰਡਰ ਆਰਟੀਕਲ 245 ਰੱਦ ਕੀਤੇ ਜਾਂਦੇ ਹਨ, ਉਹ ਇੰਪਲੀਮੈਂਟੇਸ਼ਨ ਤੋਂ ਕਾਫੀ ਸਮੇਂ ਬਾਅਦ, ਮੋਸਟਲੀ ਇੰਪਲੀਮੈਂਟੇਸ਼ਨ ਤੋਂ ਬਾਅਦ ਹੀ ਰੱਦ ਹੋਏ ਆ, ਮਤਲਬ ਜਿਨ੍ਹਾਂ ਦਾ ਕੋਈ ਪ੍ਰਯੋਗ ਨਹੀਂ ਰਿਹਾ। ਪਰ ਪਹਿਲੀ ਵਾਰੀ ਪਾਰਲੀਮੈਂਟ ਦੇ ਵਿੱਚ ਫਿਰ ਹਿਸਟਰੀ ਬਣ ਜਾ ਰਹੀ ਹੈ ਕਿ ਉਹ ਕਾਨੂੰਨ ਰੱਦ ਹੋ ਰਹੇ ਹਨ ਜਿਹੜੇ ਇੰਪਲੀਮੈਂਟ ਵੀ ਨਹੀਂ ਹੋਏ। ਤਿੰਨੇ ਖੇਤੀ ਕਾਨੂੰਨ ਭਾਵੇਂ ਸਰਕਾਰ ਵੱਲੋਂ ਸਤੰਬਰ 2020 ਦੇ ਵਿੱਚ ਲੋਕ ਸਭਾ, ਰਾਜ ਸਭਾ ਅਤੇ ਬਾਅਦ ਵਿੱਚ ਰਾਸ਼ਟਰਪਤੀ ਦੇ ਸਿਗਨੇਚਰ ਵੀ ਹੋ ਗਏ ਸੀ, ਤਿੰਨੇ ਕਾਨੂੰਨ ਸਟੈਚੂ ਬੁੱਕ ਦੇ ਵਿੱਚ ਦਰਜ ਹੋ ਗਏ ਸੀ, ਪਰ ਇਹ ਤਿੰਨੇ ਕਾਨੂੰਨਾਂ ਨੂੰ 12 ਜਨਵਰੀ 2021 ਦੇ ਵਿੱਚ ਸੁਪਰੀਮ ਕੋਰਟ ਵੱਲੋਂ ਇੰਪਲੀਮੈਂਟੇਸ਼ਨ 'ਤੇ ਸਟੇ ਦੇ ਦਿੱਤਾ ਗਿਆ ਸੀ। ਸੋ ਬੜੀ ਹੀ ਹਿਸਟੋਰੀਕਲ ਜਾਣਕਾਰੀ ਮੈਂ ਤੁਹਾਨੂੰ ਦੇ ਰਿਹਾ। ਤਿੰਨੇ ਕਾਨੂੰਨਾਂ ਨੂੰ ਸਟੇ ਦਿੱਤਾ ਗਿਆ ਸੀ, ਇਟ ਮੀਨਜ਼ ਤਿੰਨੇ ਕਾਨੂੰਨ ਇੰਪਲੀਮੈਂਟ ਨਹੀਂ ਹੋਏ, ਅਤੇ ਉਸ ਤੋਂ ਬਾਅਦ ਇਹਦੇ ਤਿੰਨੇ ਕਾਨੂੰਨਾਂ ਦੇ ਖਿਲਾਫ, ਕਾਲੇ ਕਾਨੂੰਨਾਂ ਦੇ ਖਿਲਾਫ ਵੱਡਾ ਸੰਘਰਸ਼ ਚੱਲਿਆ ਆ ਰਿਹਾ ਹੈ, ਕਿਸਾਨੀ ਸੰਘਰਸ਼। ਇਹ ਵੀ ਇੱਕ ਹਿਸਟੋਰੀਕਲ ਗੱਲ ਹੈ ਕਿ ਅੱਜ ਕਿਸਾਨੀ ਸੰਘਰਸ਼ ਦੀ ਜਿੱਤ ਹੋਈ ਹੈ, ਅੱਜ ਕਿਸਾਨੀ ਸੰਘਰਸ਼ ਦੀ ਜਿੱਤ ਹੋਈ ਹੈ, ਅਤੇ ਇਹ ਉਹ ਤਿੰਨੇ ਕਾਲੇ ਕਾਨੂੰਨ ਜਿਹੜੇ ਹਨ ਰਿਪੀਲ ਕੀਤੇ ਜਾ ਰਹੇ ਹਨ, ਜਿਹੜੇ ਇੰਪਲੀਮੈਂਟ ਵੀ ਨਹੀਂ ਹੋਏ। ਇਹ ਵੀ ਇੱਕ ਹਿਸਟੋਰੀਕਲ ਗੱਲ ਹੈ। ਸੋ ਇਸੇ ਹੀ ਕਰਕੇ ਅੱਜ ਮੈਂ ਆਪਣੇ YouTube ਚੈਨਲ ਦੇ ਮਾਧਿਅਮ ਰਾਹੀਂ ਮੈਂ ਹਿਸਟੋਰੀਕਲ ਗੱਲਾਂ ਤੁਹਾਡੇ ਨਾਲ ਕਰ ਰਿਹਾ ਹਾਂ। ਸੋ ਜਿਹਦੇ ਵਿੱਚ ਸਭ ਤੋਂ ਪਹਿਲੀ ਗੱਲ ਹੈ ਕਿ ਅੱਜ ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 552ਵਾਂ ਪ੍ਰਕਾਸ਼ ਪੁਰਬ 'ਤੇ ਹੈ, ਜਿਨ੍ਹਾਂ ਨੇ ਸਾਰੀ ਦੁਨੀਆ ਨੂੰ ਰੁਸ਼ਨਾਇਆ, ਸਾਰਿਆਂ ਨੂੰ ਪ੍ਰੈਕਟੀਕਲ ਵੇ ਨਾਲ ਆਪਣੀ ਜ਼ਿੰਦਗੀ ਬਤੀਤ ਕਰਨ ਦੀ ਸਿੱਖਿਆ ਦਿੱਤੀ। ਉਸ ਤੋਂ ਬਾਅਦ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣਾ, ਇਹ ਵੀ ਇੱਕ ਹਿਸਟੋਰੀਕਲ ਡੇ ਹੈ। ਅਤੇ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਕਾਲੇ ਕਾਨੂੰਨਾਂ ਨੂੰ ਰਿਪੀਲ ਕਰਨ ਦੇ ਲਈ ਅੱਜ ਪ੍ਰਧਾਨ ਮੰਤਰੀ ਦਾ ਐਲਾਨ ਵੀ ਇੱਕ ਹਿਸਟੋਰੀਕਲ ਹੈ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵਿੰਟਰ ਸੈਸ਼ਨ ਦੇ ਵਿੱਚੋਂ ਜਦੋਂ ਇਹ ਤਿੰਨੇ ਜਿਹੜੇ ਕਾਨੂੰਨ ਪਾਸ ਕੀਤੇ ਸੀ, ਇਹਨਾਂ ਨੂੰ ਰਿਪੀਲ ਕਰ ਦਿੱਤਾ ਜਾਏਗਾ, ਰਿਵੋਕ ਕਰ ਦਿੱਤਾ ਜਾਏਗਾ, ਅਬੋਲਿਸ਼ ਕਰ ਦਿੱਤਾ ਜਾਏਗਾ, ਇਹ ਵੀ ਹਿਸਟੋਰੀਕਲ ਦਿਨ ਬਣ ਜਾਵੇਗਾ, ਕਿਉਂਕਿ ਇਹ ਇੰਪਲੀਮੈਂਟੇਸ਼ਨ ਤੋਂ ਪਹਿਲਾਂ ਹੀ ਕਾਨੂੰਨ ਇਹ ਰੱਦ ਕੀਤੇ ਜਾ ਰਹੇ ਹਨ। ਸੋ ਬਹੁਤ ਹੀ ਸਤਿਕਾਰਯੋਗ ਸਾਰੇ ਹੀ YouTube ਚੈਨਲ ਨੂੰ, ਮੇਰੇ ਚੈਨਲ ਨੂੰ ਦੇਖ ਰਹੇ ਸਾਰੇ ਹੀ ਗੁਰੂ ਨਾਨਕ ਨਾਮ ਲੇਵਾ ਸੰਗਤ, ਦਰਸ਼ਕ, ਵਿਦਿਆਰਥੀ, ਸੋ ਅੱਜ ਦੇ ਦਿਨ ਦੀਆਂ, ਹਿਸਟੋਰੀਕਲ ਦਿਨ ਦੀਆਂ ਤੁਹਾਨੂੰ ਬਹੁਤ ਬਹੁਤ 19 ਨਵੰਬਰ 2021 ਦੀਆਂ ਮੁਬਾਰਕਾਂ ਅਤੇ ਕਿਸਾਨੀ ਸੰਘਰਸ਼ ਦੀ ਜਿੱਤ ਦੀਆਂ ਮੁਬਾਰਕਾਂ। ਜੈ ਜਨਤਾ, ਜੈ ਸੰਘਰਸ਼, ਜਿੱਤ ਲੜਦੇ ਲੋਕਾਂ ਦੀ। ਧੰਨਵਾਦ।